ਕਰੀਬ 10 ਤੋਂ 11 ਘੰਟੇ ਲੱਗੇ ਬੋਰਵੈਲ ਦੇ ਵਿੱਚ ਬੱਚੇ ਨੂੰ ਬਾਹਰ ਕੱਢਣ ਤੇ ਤਾਂ ਟੀਮਾਂ ਕਾਮਯਾਬ ਹੋਈਆਂ। ਪੰਜਾਬ ਪੁਲਿਸ ਲੱਗੀ, NDRF ਦੀ ਟੀਮ ਲੱਗੀ, ਹੋਰ ਆਰਮੀ ਵੀ ਲੱਗੀ, ਹੋਰ ਵੀ ਕਈ ਟੁਕੜੀਆਂ ਲੱਗੀਆਂ, ਜਿਸ ਤੋਂ ਬਾਅਦ ਬੱਚੇ ਨੂੰ ਬਾਹਰ ਕੱਢ ਲਿਆ ਗਿਆ। ਇਸ ਤੋਂ ਬਾਅਦ ਸਿੱਧਾ ਹਸਪੀਟਲ ਲਿਜਾਇਆ ਗਿਆ ਹੈ। ਤਾਂ ਹੁਣ ਬਾਈ ਜੀ ਹੁਣੀ ਇਸੇ ਬੋਰ ਨੂੰ ਜਿਹੜਾ ਵਾ ਪੂਰੀ ਤਰ੍ਹਾਂ ਕੱਸ ਕੇ ਬੰਨ ਰਹੇ ਨੇ, ਕਿਉਂਕਿ ਇਸੇ ਤਰੀਕੇ ਦੇ ਨਾਲ ਇਸ ਬੋਰ ਨੂੰ ਪਹਿਲਾਂ ਉੱਤੇ ਬੋਰੀ ਪਾਈ ਗਈ ਸੀ, ਪਰ ਬੋਰੀ ਸਣੇ ਜਿਹੜਾ ਵਾ ਬੱਚਾ ਜਾ ਵਿੱਚ ਚਲਾ ਗਿਆ ਸੀ। ਤਾਂ ਬਾਈ ਹੁਣਾਂ ਨਾਲ ਗੱਲਬਾਤ ਵੀ ਕਰਦੇ ਆ। ਬਾਈ ਜੀ, ਤੁਹਾਨੂੰ ਨਹੀਂ ਲੱਗਦਾ ਕਿ ਥੋੜੀ ਜੀ ਆਪਾਂ ਨੂੰ ਦੇਰੀ ਹੋ ਗਈ? ਜੇ ਆਪਾਂ ਇਸ ਪੈਲੀ ਵਾਲਿਆਂ ਨੇ ਮਤਲਬ ਪਹਿਲਾਂ ਹੀ ਪੁਖਤਾ ਪ੍ਰਬੰਧ ਕੀਤੇ ਹੁੰਦੇ, ਸ਼ਾਇਦ ਬੱਚਾ ਇਹ ਤੋਂ ਵੱਧ ਪੁਖਤਾ ਪ੍ਰਬੰਧ ਕੋਈ ਨਹੀਂ ਹੋ ਸਕਦਾ, ਕਿਉਂਕਿ ਬੋਰਵੈਲ ਦੀ ਗਲਤੀ ਤਾਂ ਹੋਵੇ ਜੇ ਨੀਵਾ ਹੋਵੇ। ਇਹ ਆਲਰੇਡੀ ਪਹਿਲਾਂ ਹੀ ਭਾਜੀ 2 ਫੁੱਟ 2.5 ਫੁੱਟ ਬਾਹਰ ਆ। ਇਹ ਤਾਂ ਹਰ ਕਿਸੇ ਨੂੰ ਦੀਦਾ ਹੀ ਆ ਤਕਰੀਬਨ। ਇਹਦੇ ਵਿੱਚ ਕਿਸੇ ਦੀ ਗਲਤੀ ਕੋਈ ਨਹੀਂ ਹੈਗੀ। ਜਿੱਦਾਂ ਕਹੀਏ ਵੀ ਜੋ ਵੀ ਹੋਣਾ ਮਹਾਰਾਜ ਦੇ ਕਰਕੇ, ਜਿੱਦਾਂ ਲਾ ਲਓ ਤੁਸੀਂ। ਬਾਕੀ ਇਹਦੇ ਵਿੱਚ ਜ਼ਿਮੀਦਾਰ ਦੀ ਗਲਤੀ ਨਹੀਂ, ਤੁਸੀਂ ਜ਼ਿਮੀਦਾਰ ਦੀ ਗਲਤੀ ਨਹੀਂ ਕਹਿ ਸਕਦੇ। ਜ਼ਿਮੀਦਾਰ ਦੀ ਕੋਈ ਗਲਤੀ ਨਹੀਂ। ਜ਼ਿਮੀਦਾਰ ਨੇ ਆਪਣੇ ਵੱਲੋਂ ਪੁਖਤਾ ਪ੍ਰਬੰਧ ਹੀ ਆ, ਕਿਉਂਕਿ ਬੋਰਵੈਲ ਆਪਾਂ ਬਾਹਰ ਛੱਡਿਆ ਆ। ਜੇ ਆਪਣਾ ਨੀਵਾ ਹੋਵੇ ਨਾ, ਫੇਰ ਆਪਣੀ ਗਲਤੀ ਆਵੇ, ਸਾਨੂੰ ਦਿਸਿਆ ਨਹੀਂ। ਕਹਿੰਦੇ ਕਿ ਪਹਿਲਾਂ ਬਾਈ ਹੁਣਾਂ ਨੇ ਜਿਵੇਂ ਉੱਤੇ ਢੱਕਣ ਲਾਇਆ ਸੀਗਾ, ਉਹ ਢੱਕਣ ਚੋਰੀ ਹੋ ਗਿਆ ਸੀਗਾ। ਹੋ ਸਕਦਾ ਨਹੀਂ ਹਾਂ, ਗੱਲਾਂ ਨਹੀਂ ਕਰਨੀਆਂ ਉਹਦੇ ਵਿੱਚ ਭਾਜੀ। ਅਗਲੇ ਦੀ ਗਲਤੀ ਨਹੀਂ ਆ, ਕੋਈ ਲੈ ਗਿਆ ਲਾ ਕੇ। ਹੁਣ ਉਹ ਮਤਲਬ ਕਹਿਣ ਦਾ ਵੀ ਕੱਲੇ ਬੋਰ ਦੇ ਲਾਗੇ ਜ਼ਿਮੀਦਾਰ ਬਹਿ ਕੇ ਤਾਂ ਇਹਦੀ ਰਾਖੀ ਕਰ ਨਹੀਂ ਸਕਦਾ। ਇੱਥੇ ਸੀਗੇ ਸਵੇਰ ਤੋਂ, ਮੈਂ ਦੇਖ ਰਿਹਾ ਤੁਸੀਂ ਕੰਮ ਕਰ ਰਹੇ ਸੀਗੇ, ਸੇਵਾ ਕਰ ਰਹੇ ਸੀਗੇ, ਤਾਂ ਕੀ ਹਾਲਾਤ ਕੀ ਸੀਗੇ ਜਦੋਂ ਬੱਚੇ ਨੂੰ ਕੱਢਿਆ ਬਾਹਰ? ਤਕਰੀਬਨ ਭਾਜੀ ਠੀਕ ਹੀ ਸੀਗਾ, ਸਾਹ ਚੱਲਦੇ ਸੀ। ਬਾਕੀ ਹੁਣ ਹਸਪੀਟਲ ਜਾ ਕੇ ਪਤਾ ਲੱਗੂ ਕੀ ਹੋਇਆ, ਕਿਉਂਕਿ ਜਲਦੀ ਸੀਗੀ। ਅਗਲੇ ਨੇ ਰੈਸਕਿਊ ਕੀਤਾ ਛੇਤੀ, ਜਿੰਨੀ ਵੀ ਹੋ ਸਕਦਾ ਅਗਲਾ ਟ੍ਰੀਟਮੈਂਟ ਵੱਧ ਛੇਤੀ ਤੋਂ ਛੇਤੀ ਅਗਲੇ ਨੂੰ ਦਿੱਤੀ ਜਾਵੇ, ਹੈ ਨਾ। ਇਹ ਹੋਇਆ ਵੀਰ ਜੀ। ਸਵੇਰ ਤੋਂ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਇੱਕ ਅਖੀਰ ਦੇ ਵਿੱਚ ਕੁੰਡੀ ਪਾ ਕੇ ਜਿਹੜਾ ਉਹ ਨੌਜਵਾਨ ਨੇ ਬਾਹਰ ਕੱਢਿਆ। ਕਿਹੜੇ ਤਰੀਕੇ ਅਪਣਾਉਣੇ ਪਏ ਸੀਗੇ ਬੱਚੇ ਨੂੰ ਬਾਹਰ ਕੱਢਣ ਲਈ? ਕੋਈ ਵੀ ਆ, ਹਰ ਇੱਕ ਬੰਦਾ ਆਪਣੀ ਜਿੱਦਾਂ ਦੀ ਕੋਸ਼ਿਸ਼ ਵੀ ਕਰਦਾ, ਹਰ ਕੋਈ ਕਰਦਾ। ਸਾਰਿਆਂ ਨੇ ਕੀਤੀ। ਜੋ ਕੰਮ ਜਿਹੜੇ ਟਾਈਮ ਨਾਲ ਹੋਣਾ ਵੀਰ ਜੀ, ਉਸੇ ਟਾਈਮ ਨਾਲ ਹੋਣਾ। ਜੇ ਕੋਈ ਜਲਦੀ ਹੁੰਦੀ ਹੋਵੇ ਤਾਂ ਇੰਨੀ ਦੇਰ ਲੱਗਦੀ ਨਾ। ਗੱਲ ਹੈ ਵੀ ਜਿਵੇਂ ਪਹਿਲਾਂ ਘਟਨਾਵਾਂ ਸੀਗੀਆਂ, ਕਈ ਜਗ੍ਹਾ ਤੇ 2-2 3-3 ਦਿਨ ਵੀ ਲੱਗੇ ਬੱਚੇ ਨੂੰ, ਜਿਹੜਾ ਫਤਿਹਵੀਰ ਨੂੰ ਕੱਢਿਆ ਸੀਗਾ। ਇਸ ਗੱਲੋਂ ਤਾਂ ਠੀਕ ਹੈ ਵੀ ਇੱਕ ਦਿਨ ਦੇ ਵਿੱਚ ਬੱਚੇ ਨੂੰ ਕੱਢ ਲਿਆ। ਜੇ ਜਾਨ ਬਚ ਜੇ ਤਾਂ ਹੋਰ ਇਸ ਤੋਂ ਵਧੀਆ ਚੀਜ਼ ਹੈ। ਹਾਂਜੀ, ਇਹੀ ਤਾਂ ਗੱਲ ਹੈ। ਮਤਲਬ ਮੰਨਦੇ ਹੋ ਕਿ ਸਰਕਾਰਾਂ ਦੀ ਟੈਕਨੋਲੋਜੀ ਵੀ ਅਜੇ ਥੋੜੀ ਢਿੱਲੀ ਹੈ, ਕਿ ਜਿਹੜਾ ਘੰਟੇ 1.5 ਘੰਟੇ ਦਾ ਕੰਮ ਹੋਣਾ ਚਾਹੀਦਾ ਸੀਗਾ, ਉਹਨੂੰ ਇੱਕ ਦਿਨ ਲੱਗ ਰਿਹਾ। ਭਾਜੀ ਇਹਦੇ ਬਾਰੇ ਤਾਂ ਆਪਾਂ ਨਹੀਂ ਐਡੀ ਜਾਣਕਾਰੀ ਦੇ ਸਕਦੇ, ਕਿਉਂ ਤੁਹਾਨੂੰ ਵੀ ਪਤਾ। ਐਡੇ ਡੰਗਾਈ ਵਾਲਾ ਸਵਾਲ ਨਾ ਕਰੋ ਭਾਜੀ। ਜਦ ਕਰਨੀ ਪਈ ਸਵੇਰ ਦੀ, ਇਹ ਦੱਸੋ ਫਿਰ? ਸਾਰਿਆਂ ਨੇ ਕੀਤੀ ਭਾਜੀ, ਜਿੰਨੀ ਮਿਹਨਤ ਦਾ ਕੋਈ ਹੱਕਦਾਰ ਸੀ ਉਹਨੇ ਆਪਣੀ, ਹਰ ਇੱਕ ਬੰਦੇ ਨੇ ਮਿਹਨਤ ਕੀਤੀ, ਕੋਈ ਬੰਦਾ ਪਿੱਛੇ ਨਹੀਂ। ਸਿਆਣੇ ਤਾਂ ਸਿਆਣੇ, ਬੱਚੇ ਵੀ। ਤੁਸੀਂ ਵੀ ਸਵੇਰ ਦੇ ਇੱਥੇ ਸੀਗੇ? ਹਾਂਜੀ ਬਾਈ। ਫਿਰ ਕਿੰਨਾ ਕੁ ਜ਼ੋਰ ਲੱਗਿਆ ਫਿਰ ਕੱਢਣ ਦੇ ਬਾਅਦ? ਇਹ ਭਾਜੀ ਪਹਿਲਾਂ ਤਾਂ ਆਪਣੇ ਸੀਗੇ ਕਿ 9 ਫੁੱਟ ਦੀ ਦੂਰੀ ਤੇ ਸੀਗਾ ਪਹਿਲਾਂ ਬੱਚਾ ਇਹ, ਤੇ ਉਸ ਤੋਂ ਬਾਅਦ ਜਿਹੜੇ ਕਿ ਇਹਦੇ ਮਾਂ ਪੇ ਸੀਗੇ, ਹੁਣ ਸਾਰੇ ਰੈਸਕਿਊ ਆਪਣੇ ਜਿੰਨੇ ਵੀ ਉੱਥੇ ਲੱਗੇ ਸੀ ਮਿਹਨਤ ਕਰਨ ਖੇਤ ਦੇ ਵਿੱਚ, ਸਾਰਿਆਂ ਨੂੰ ਸੱਦ ਕੇ ਤੇ ਉਹਨੂੰ ਸੱਦਿਆ। ਉਹਨਾਂ ਨੇ ਜੋ ਵੀ ਦੁਪੱਟੇ ਸੀਗੇ ਉਹਨਾਂ ਨੂੰ ਗੱਠ ਬੰਨ੍ਹ ਕੇ ਤਾਂ ਫੇਰ ਉੱਤੇ ਬੱਚਾ ਖਿੱਚਣ ਦੀ ਕੋਸ਼ਿਸ਼ ਕਰਨ ਲੱਗੇ। ਜਿਹੜੇ ਉਹ ਦੁਪੱਟਾ ਫੜਨ ਲੱਗੇ ਸੀਗੇ, ਉਹ ਬੱਚਾ ਸਿੱਧਾ ਥੱਲੇ ਚਲ ਗਿਆ। ਹਾਂਜੀ, ਥੱਲੇ ਚਲ ਗਿਆ। ਫਿਰ ਪਿੰਡ ਦੇ ਉਹਨਾਂ ਨੂੰ ਨੱਠ ਕੇ ਪਿੰਡ ਵਾਲਿਆਂ ਨੂੰ ਬੁਲਾਇਆ। ਫਿਰ ਉਸ ਤੋਂ ਬਾਅਦ ਸਾਡੇ ਇੱਥੇ ਸਮਾਜ ਸੇਵਕ ਹੈਗਾ ਤਲਵੰਡੀ ਜੱਟਾਂ ਦਾ ਬੰਦਾ, ਉਹਨੇ ਫਿਰ ਸਾਰੇ ਨਿਊਜ਼ ਚੈਨਲਾਂ ਜੋ ਵੀ ਰੈਸਕਿਊ ਟੀਮ ਸਾਰੀ ਸੱਦ ਕੇ ਫਿਰ ਕਾਰਵਾਈ ਚਾਲੂ ਕੀਤੀ। ਜਦੋਂ ਖਿੱਚਣ ਲੱਗੇ ਉਸ ਤੋਂ ਬਾਅਦ ਹਾਂਜੀ ਬਾਈ ਠੀਕ ਹੈ। ਇੱਕ ਵਾਰੀ ਤੁਹਾਨੂੰ ਮੌਲ ਦਿਖਾ ਦਿੰਦੇ ਆ ਕਿ ਹੁਣ ਬਾਈ ਹੋਣੀ ਜਿਵੇਂ ਇੱਥੇ ਕੱਪੜੇ ਦੇ ਨਾਲ ਢੱਕ ਕੇ ਇਸ ਬੋਰ ਨੂੰ, ਹਾਲਾਂਕਿ 2-2.5 ਫੁੱਟ ਉੱਚਾ ਹੈਗਾ, ਤਾਂ ਜਦੋਂ ਮੰਨ ਲਓ ਵੀ ਬੱਚਾ ਕਿਤੇ ਇੱਥੇ ਉੱਤੇ ਬੈਠਣ ਲੱਗਾ ਹੋਊਗਾ, ਕਿ ਇਹਨੂੰ ਲੱਗਾ ਹੋਊਗਾ ਕਿ ਇਹ ਥੰਮ ਹੈ ਜਾਂ ਥੜੀ ਹੈ, ਤਾਂ ਉਸ ਦੇ ਉੱਪਰ ਜਦੋਂ ਬੈਠਣ ਲੱਗਾ ਹੋਊਗਾ ਤੇ ਜਦੋਂ ਬੋਰੀ ਉੱਪਰ ਰੱਖੀ ਸੀ, ਬੋਰੀ ਸਣੇ ਜਿਹੜਾ ਵਿੱਚ ਜਾ ਪਿਆ। ਤਾਂ ਹੁਣ ਬਾਈ ਹੁਣੇ ਕੱਪੜਾ ਬੰਨ ਕੇ, ਗੰਡਾ ਗੁੰਡਾ ਬੰਨ ਕੇ ਇਹ ਪੂਰੀ ਤਰ੍ਹਾਂ ਪ੍ਰਬੰਧ ਜਿਹੜਾ ਕਰ ਰਹੇ ਨੇ। ਤਾਂ ਇਸ ਦੇ ਪੈਰਲਰ ਕੋਸ਼ਿਸ਼ ਜਿਹੜੀ ਕੀਤੀ ਗਈ ਸੀ, ਇਸ ਦੇ ਪੈਰਲਰ ਇਹ ਟੋਆ ਪੁੱਟਣ ਦੀ ਕੋਸ਼ਿਸ਼ ਕੀਤੀ ਗਈ। ਇਹ ਜਿਹੜਾ ਪੈਰਲਰ ਇਸ ਦੇ ਆ ਟੋਆ ਪੁੱਟਿਆ ਗਿਆ, ਕਰੀਬ 10 ਤੋਂ 15 ਫੁੱਟ ਜਿਹੜਾ ਇਹ ਟੋਆ ਇੱਥੇ ਪੁੱਟ ਦਿੱਤਾ ਗਿਆ। ਤਾਂ ਇਹ ਲੈਣ ਦੀ ਲੈਣ ਹੀ ਜਿਹੜੀ ਹੈ ਪੁੱਟੀ ਗਈ। ਇਹ ਅਲਟਰਨੇਟਿਵ ਰੱਖਿਆ ਗਿਆ ਸੀ ਕਿ ਜੇ ਕੁੰਡੀ ਪਾ ਕੇ ਬੱਚਾ ਨਹੀਂ ਨਿਕਲਿਆ ਤਾਂ ਇੱਧਰ ਦੀ ਫਿਰ ਇਹ ਸੁਰੰਗ ਕੱਢਣਗੇ ਤੇ ਐਂ ਦੀ ਬੱਚਾ ਕੱਢ ਲਿਆ ਜਾਊਗਾ। ਪਰ ਫਿਰ ਵੀ ਕਹਿ ਸਕਦੇ ਕਿ ਵਾਹਿਗੁਰੂ ਦਾ ਸ਼ੁਕਰ ਹੈ ਕਿ 10 ਤੋਂ 11 ਘੰਟੇ ਦੇ ਵਿੱਚ ਬੱਚੇ ਨੂੰ ਕੱਢ ਲਿਆ। ਕਈ ਘਟਨਾਵਾਂ ਤਾਂ ਅਜਿਹੀਆਂ ਵੀ ਸੀਗੀਆਂ ਜਿੱਥੇ 2-2 3-3 ਦਿਨ ਵੀ ਲੱਗੇ ਤੇ ਉੱਥੇ ਬੱਚੇ ਦੀ ਮੌਤ ਹੋ ਗਈ। ਹਾਲ ਦੀ ਘੜੀ ਇਹ ਕਹਿ ਰਹੇ ਨੇ ਕਿ ਬੱਚੇ ਨੂੰ ਜਦੋਂ ਕੱਢਿਆ ਸੀ ਤਾਂ ਉਹਨਾਂ ਦੇ ਸਾਹ ਜਿਹੜੇ ਆ ਚੱਲ ਰਹੇ ਸੀ, ਪਰ ਹੁਣ ਹਸਪੀਟਲ ਦੇ ਵਿੱਚ ਜਾ ਕੇ ਗਾਂ ਪਤਾ ਲੱਗੂਗਾ ਕਿ ਉਹਨਾਂ ਦਾ ਕੀ ਹਾਲ ਹੈ। ਤਾਂ ਬਾਈ ਹੁਣੀ, ਬਾਈ ਜੀ ਤੁਸੀਂ ਵੀ ਕੀਤਾ, ਮੈਨੂੰ ਲੱਗਦਾ ਤੁਹਾਡੇ ਕੱਪੜਿਆਂ ਵੱਲ ਵੇਖ ਕੇ ਲੱਗਦਾ। ਤਾਂ SHO ਓਂਕਾਰ ਸਿੰਘ ਵੀ ਹੈਗੇ ਨੇ। ਓਂਕਾਰ ਜੀ, ਤੁਸੀਂ ਬੜੀ ਜਦੋਜਹਿਦ ਕੀਤੀ ਬੱਚੇ ਨੂੰ ਕੱਢਣ ਦੇ ਵਿੱਚ, ਨਾਲ ਹੀ ਸੀਗੇ। ਸਥਿਤੀ ਕੀ ਹੈ ਇਸ ਵੇਲੇ ਬੱਚੇ ਦੀ? ਦੇਖੋ, ਬੱਚੇ ਨੂੰ ਇਮੀਡੀਏਟ ਜਿੰਨੇ ਵੀ ਐਫਰਟਸ ਕੀਤੇ ਗਏ ਉਹਨੂੰ ਬਚਾਉਣ ਲਈ ਕੀਤੇ ਗਏ। ਉਹਨੂੰ ਇਮੀਡੀਏਟ ਇਹਦੇ ਚੋਂ ਕੱਢ ਕੇ ਤੇ ਹਸਪੀਟਲ ਲਈ ਭੇਜ ਦਿੱਤਾ ਗਿਆ ਥਰੂ ਐਂਬੂਲੈਂਸ। ਉਹਦੀ ਹਾਲਾਤ ਜਿਹੜਾ ਡਾਕਟਰ ਹੀ ਦੱਸ ਸਕਦੇ ਆ, ਕਿਉਂਕਿ ਇੰਨਾ ਮੌਕਾ ਨਹੀਂ ਸੀਗਾ
ਉਹਨੂੰ ਚੈੱਕ ਕਰਨ ਦਾ ਵੀ ਉਹਦੇ ਕੀ ਹਾਲਾਤ ਨੇ। ਅੱਛਾ ਤੁਸੀਂ ਤਾਂ ਬਿਲਕੁਲ ਉੱਤੇ ਹੀ ਸੀਗੇ, ਤੁਸੀਂ ਇਹ ਦੱਸੋ ਵੀ ਸਹੀ ਤਰੀਕੇ ਨਾਲ ਕਿ ਬੱਚੇ ਨੂੰ ਕੁੰਡੀ ਪਾ ਕੇ ਕੱਢਿਆ ਗਿਆ, ਕੋਈ ਕੱਪੜਾ ਕਿ ਜਾਂ ਕਿਸ ਤਰੀਕੇ ਨਾਲ, ਕੋਈ ਜਿਵੇਂ ਫੰਦੇ ਵਾਲੀ ਚੀਜ਼ ਬਣਾਈ ਹੁੰਦੀ, ਥੋੜਾ ਐਗਜ਼ੈਕਟ ਦੱਸੋ ਕਿ ਕਿੱਦਾਂ ਬੱਚੇ ਨੂੰ ਕੱਢਿਆ ਗਿਆ। ਦੇਖੋ ਮੈਥਡ ਤੇ ਉਹਦੇ ਕੋਲ ਟੈਕਨੀਕ ਨਾਲ ਹੀ ਕੱਢਣਾ ਪਿਆ। ਉਹਦੇ ਨਾਲ ਥੋੜੀ ਰੱਸੀ ਲਾ ਕੇ ਉਹਦੇ ਹੱਥ ਨੂੰ ਪਾ ਕੇ ਨਾ ਜੀ ਉਹ ਤੇ ਕੁੰਡੀ ਲਾ ਕੇ ਉਹਨੂੰ ਕੱਢਿਆ ਗਿਆ, ਜਿਹਦੇ ਨਾਲ ਉਹਦੇ ਸਰੀਰ ਤੇ ਇਸ ਜਿਹੜਾ ਮੈਥਡ ਵੀ ਅਡਾਪਟ ਕੀਤਾ ਗਿਆ, ਉਹਦੇ ਨਾਲ ਕੋਈ ਸਰੀਰ ਤੇ ਕੋਈ ਇਹੋ ਜਿਹੀ ਕੋਈ ਇੰਜਰੀ ਵਗੈਰਾ ਨਹੀਂ ਸੀ। ਇਹ ਗੱਲ ਦੱਸੋ, ਕਹਿੰਦੇ ਸੀਗੇ ਕਿ ਸਿਰ ਥੱਲੇ ਨੂੰ ਸੀਗੀਆਂ, ਲੱਤਾਂ ਉੱਪਰ ਨੂੰ ਸੀਗੀਆਂ, ਇਹ ਐਗਜ਼ੈਕਟ ਦੱਸੋ ਵੀ ਉਹਦੇ ਨਹੀਂ ਉਹਦੇ ਹੱਥ ਉੱਪਰ ਸੀਗੇ ਜੀ ਜੀ, ਹੱਥ ਨਹੀਂ ਸੀ। ਉਹਦਾ ਕੋਈ ਸੱਟ ਪੇਟ ਤਾਂ ਨਹੀਂ ਉਹਦੇ ਪਿੰਡੇ ਤੇ ਕੁਝ ਨਹੀਂ ਸੀ, ਕੋਈ ਵਿਜ਼ੀਬਲ ਇੰਜਰੀ ਕੋਈ ਨਹੀਂ ਸੀ ਉਹਦੀ ਬੋਡੀ ਤੇ ਜੀ। ਅੰਦਰ ਪਾਣੀ ਵੀ ਤੁਸੀਂ ਘੱਲਿਆ ਸੀ, ਆਕਸੀਜਨ ਵੀ ਘੱਲਦੇ ਰਹੇ ਸੀਗੇ, ਤਾਂ ਉਦੋਂ ਤੁਹਾਨੂੰ ਕੋਈ ਇਸ਼ਾਰਾ ਕੋਈ ਮਿਲਦਾ ਰਿਹਾ ਕਿ ਬੱਚੇ ਦੇ ਸਾਹ ਚੱਲ ਰਹੇ ਨੇ? ਦੇਖੋ ਐਫਰਟਸ ਕਰ ਰਹੇ ਸੀਗੇ ਵੀ ਉਹਨੂੰ ਆਕਸੀਜਨ ਵੀ ਦਿੱਤੀ, ਉਹਦੀ ਚੈੱਕ ਵੀ ਕੀਤਾ ਗਿਆ, ਤੇ ਇਹ ਹੁਣ ਨਹੀਂ ਕਹਿ ਸਕਦੇ ਵੀ ਉਹਨੂੰ ਕੀ ਅੰਦਰ ਖਾਦਾ ਜਾਂ ਨਹੀਂ ਕੀਤਾ। ਉਹਦੇ ਜਿਹੜੇ ਹੱਥ ਉੱਪਰ ਸੀਗੇ, ਸਿਰ ਉੱਪਰ ਸੀਗਾ, ਉਹ ਦਿਖ ਰਿਹਾ ਸੀ ਥਰੂ ਕੈਮਰਾ ਉਹਦਾ। ਇਹ ਗੱਲ ਦੱਸੋ ਕਿ ਇਹ ਪੈਰਲਰ ਜਿਹੜਾ ਟੋਆ ਪੱਟਿਆ ਗਿਆ, ਇਹ ਦੂਸਰਾ ਅਲਟਰਨੇਟਿਵ ਰੱਖਿਆ ਗਿਆ ਸੀ ਕਿ ਜੇ ਉਧਰੋਂ ਨਹੀਂ ਨਿਕਲਦਾ ਤਾਂ ਫਿਰ ਇੱਧਰ ਦੀ ਸੁਰਿੰਗ ਪੱਟੀ ਜਾਊਗੀ? ਬੰਦੇ ਇਨਸਾਨ ਨੂੰ ਬਚਾਉਣ ਲਈ ਹਰ ਐਫਰਟਸ ਸੀਗੇ ਵੀ ਉਹਦੇ ਲਈ, ਜੇ ਉਧਰੋਂ ਨਹੀਂ ਠੀਕ ਹੋਊਗਾ ਤਾਂ ਫਿਰ ਦੂਸਰਾ ਵੇ ਵੀ ਅਡਾਪਟ ਕੀਤਾ ਜਾਊਗਾ। ਇੱਧਰ ਦੀ ਫਿਰ ਸੁਰੰਗ ਕੱਢੀ ਜਾਣੀ ਸੀ ਪਹਿਲਾਂ ਆਪਾਂ 70-75 ਫੁੱਟ ਥੱਲੇ ਜਾਣਾ ਪੈਣਾ ਸੀਗਾ ਕਿ ਫਿਰ ਸੁਰੰਗ ਕੱਢਣੀ ਸੀਗੀ? ਹਾਂ ਇਹ ਮੈਥਡ ਸੀਗਾ ਜੀ। ਕਿਹੜੀਆਂ ਟੀਮਾਂ ਦਾ ਸਹਿਯੋਗ ਤੁਹਾਨੂੰ ਮਿਲਿਆ? ਬ੍ਰਦਰ ਹੁਣ ਹੋ ਗਿਆ ਕਿ ਸਾਰੀਆਂ ਆਰਮੀ NRD ਸਾਰੀਆਂ ਟੀਮਾਂ ਉਹਦੇ ਚ ਨੇ ਸ਼ੇਅਰ ਕੀਤਾ, ਪਬਲਿਕ ਨੇ ਵੀ ਬਹੁਤ ਅੱਛੀ ਸਪੋਰਟ ਕੀਤੀ ਆ, ਤੇ ਸਾਰਿਆਂ ਨੇ ਕਰਕੇ ਐਫਰਟਸ ਕਰਕੇ ਹੀ ਕਿਨਾਂ ਦਾ ਇਹ ਇੱਥੋਂ ਤੱਕ ਪਹੁੰਚ ਸਕਿਆ। ਬੇਟੇ ਪਿੱਛੇ ਹੋ ਜਾਓ। ਇੱਕ ਸਰ ਹੋਰ ਸਵਾਲ ਕਰ ਰਹੇ ਨੇ, ਕੁਝ ਕਿਸਾਨ ਇੱਧਰ ਖੜੇ ਸੀ, ਉਹ ਮੰਗ ਕਰਨੇ ਕਿ ਜਿਸ ਤਰ੍ਹਾਂ ਖੇਤ ਵਿੱਚ ਟੋਇਆ ਪੁੱਟਿਆ ਗਿਆ ਜ਼ਿਮੀਂਦਾਰ ਨੂੰ, ਕੀ ਪ੍ਰਸ਼ਾਸਨ ਇਹਨੂੰ ਪੂਰੇ ਘੱਟ ਹੋਏ ਨੂੰ? ਅੱਜ ਇਹਨਾਂ ਹਾਲਾਤਾਂ ਜਿਹਦੇ ਵਾਸਤੇ ਮੈਨੂੰ ਕਹਿਣਾ ਮੇਰੇ ਲੈਵਲ ਦਾ ਨਹੀਂਗਾ ਤੇ ਕਹਿਣਾ ਠੀਕ ਨਹੀਂ। ਸਾਨੂੰ ਪਹਿਲਾਂ ਇਨਸਾਨ ਦੇ ਲਈ ਸਾਰਿਆਂ ਨੇ ਐਫਰਟਸ ਕੀਤੇ ਆ, ਉਹਨੂੰ ਬਚਾਉਣ ਦੀ ਗੱਲ ਕਰਨੀ ਚਾਹੀਦੀ ਆ। ਇਹ ਜਾਣਕਾਰੀ ਆਈ ਹੈ ਬੱਚੇ ਨੂੰ ਲੈ ਕੇ, ਕੋਈ ਤੁਹਾਨੂੰ ਇਨਫੋਰਮੇਸ਼ਨ ਆਈ ਹੋਵੇ ਕਿ ਬੱਚਾ? ਅਜੇ ਤੱਕ ਮੈਂ ਗੱਲ ਨਹੀਂ ਕਰ ਸਕਿਆ ਜੀ। ਥੈਂਕ ਯੂ। ਧੰਨਵਾਦ। ਤਾਂ ਪਿੰਡ ਦੇ ਲੋਕ ਹੈਗੇ ਨੇ, ਬਾਈ ਹੋਣਾ ਨੇ ਬੜਾ ਸਵੇਰ ਦਾ ਐਫਰਟ ਕੀਤਾ। ਬਾਈ ਜੀ ਦੱਸੋ ਵੀ ਸਵੇਰ ਦਾ ਪਹਿਲਾਂ ਤੁਸੀਂ ਆਪਣੇ ਤਰੀਕੇ ਨਾਲ ਜਗਾੜ ਜੂੜ ਲਾਉਂਦੇ ਹੋਵੋਗੇ ਪਹਿਲਾਂ ਜਦੋਂ ਇਹ ਟੀਮਾਂ ਨਹੀਂ ਸੀ ਆਈ? ਬਾਹਰ ਜਿੱਦਾਂ ਕਰਦੇ ਅਸੀਂ ਤਾਂ ਉਸੇ ਸਟਾਈਲ ਨਾਲ ਕੀਤਾ। ਮੈਂ ਤਾਂ ਇੰਗਲੈਂਡ ਚ ਰਹਿਣਾ ਵਿੱਚ। ਅੱਛਾ ਤੁਸੀਂ ਇੰਗਲੈਂਡ ਰਹਿੰਦੇ ਹੋ, ਤੇ ਉੱਥੇ ਅਜਿਹੀਆਂ ਘਟਨਾ ਵਾਪਰਦੀਆਂ ਨੇ? ਕਦੀ ਕਦੀ ਹੁੰਦਾ, ਪਰ ਸਾਡੇ ਲਈ ਤਾਂ ਇਦਾਂ ਕਾਫੀ ਹਾਈ ਸਿਸਟਮ ਹੈਗੇ ਨੇ ਨਾ ਕਿ ਜਿਹੜੇ ਕਰ ਦਿੰਦੇ ਆ। ਇਹ ਮੰਨ ਲਓ ਇਹੀ ਬੱਚਾ ਇੰਗਲੈਂਡ 'ਚ ਡਿੱਗਾ ਹੁੰਦਾ ਤੇ ਕਿੰਨੇ ਚਿਰ 'ਚ ਕੱਢ ਲੈਣਾ ਸੀ ਉਹਨਾਂ? ਮੈਕਸਿਮਮ 40 ਮਿੰਟ। ਮੈਕਸਿਮਮ 40 ਮਿੰਟਾਂ 'ਚ ਉਹਨਾਂ ਕੱਢ ਦੇਣਾ ਹੈ। ਇੱਥੇ ਤਾਂ 4-4 ਦਿਨ ਲੱਗ ਜਾਂਦੇ, ਫਿਰ ਸ਼ੁਕਰ ਕਰਦੇ ਆ ਕਿ ਚਲੋ 10-12 ਘੰਟਿਆਂ 'ਚ ਨਿਕਲਿਆ। ਤੁਹਾਡਾ ਮੀਡੀਆ ਤੇ ਤੁਹਾਡਾ ਇੰਡੀਆ ਦਿਖਾਉਣ ਵਾਲਾ ਉਹਨੇ ਦਿਨ ਦਾ, ਇੰਨਾ ਹੀ ਕਹੂੰਗਾ। ਥੈਂਕ ਯੂ। ਅੱਛਾ ਤੁਸੀਂ ਆਪਣੇ ਵੱਲੋਂ ਕੀ ਜੁਗਾੜ ਲਾਏ ਸੀਗੇ ਪਹਿਲਾਂ? ਮੈਂ ਤਾਂ ਜਿਹੜੇ ਸਾਡੇ ਸੀਗੇ ਮੈਂ ਤਾਂ ਲਿਆ ਕੇ ਰੱਖਿਆ ਸੀ। ਦੱਸ ਦਿਓ ਕੋਈ। ਸਾਡੇ ਕੋਲ ਤਾਂ ਡ੍ਰੇਨ ਲੈਵਲ ਸਿਸਟਮ ਹੁੰਦਾ ਇੱਕ, ਉਹ ਮੈਂ NDR ਦੀ ਟੀਮ ਨੂੰ ਦੇਤਾ। ਹੁਣ ਉਹ ਕਹਿੰਦੇ ਸਾਨੂੰ ਚੰਗਾ ਲੱਗਾ, ਮੈਂ ਕਿਹਾ ਤੁਸੀਂ ਲੈ ਲਓ। ਅੱਛਾ ਉਹ ਤੁਹਾਡੀ ਚੀਜ਼ ਸੀਗੀ ਜਿਹੜੀ ਉਹਨਾਂ ਨੂੰ ਚੰਗੀ ਲੱਗੀ ਤੇ ਉਹ ਲੈ ਗਏ? ਤੁਸੀਂ ਉਹ ਵਿਦੇਸ਼ੋਂ ਲਿਆਂਦੀ ਸੀ? ਇੰਗਲੈਂਡ ਤੋਂ ਲੈ ਕੇ ਆਏ ਸੀ। ਤੁਸੀਂ ਦੱਸ ਸਕਦੇ ਹੋ ਕਿੱਦਾਂ ਦੀ ਸੀਗੀ ਤੇ ਕਿਵੇਂ ਕੰਮ ਕਰਨਾ ਸੀ ਉਹਨੇ? ਉਹ ਤਾਂ ਵੀਰੇ ਇੱਕ ਫਲੈਕਸੀਬਲ ਹੈ, ਜਿੱਦਾਂ ਨੂੰ ਮਰਜ਼ੀ ਬੈਂਡ ਕਰ ਲਓ। ਬੈਂਡ 'ਚ ਵੀ ਲੈ ਕੇ ਜਾ ਸਕਦੇ, 90 ਡਿਗਰੀ 'ਚ ਵੀ ਲੈ ਕੇ ਜਾ ਸਕਦੇ, 135 ਤੱਕ ਲੈ ਕੇ ਜਾ ਸਕਦੇ। ਤੁਸੀਂ ਸਵੇਰ ਤੋਂ ਇੱਥੇ ਕੋਸ਼ਿਸ਼ ਕਰ ਰਹੇ ਸੀਗੇ ਬੱਚੇ ਦਾ ਕਿਵੇਂ? ਮੈਂ ਤਾਂ ਰੁਕਿਆ ਵੀ, ਮੇਰੀ ਅੱਜ 9 ਵਜੇ ਫਲਾਈਟ ਸੀਗੀ, ਮੈਂ ਤਾਂ ਫਲਾਈਟ ਵੀ ਚੇਂਜ ਕੀਤੀ ਅੱਜ। ਮਤਲਬ ਅੱਜ ਤੁਹਾਡੀ 9 ਵਜੇ ਫਲਾਈਟ ਸੀਗੀ, ਕਿੱਥੋਂ ਸੀਗੀ? ਕੱਲ ਦੀ ਚੇਂਜ ਕਰ ਲਈ ਅੱਜ। ਉਹ ਤੁਸੀਂ ਕੱਲ ਦੀ ਕਰ ਲਈ, ਇਹ ਬੱਚੇ ਦੇ ਲੇਖੇ ਲਾਤਾ ਅੱਜ ਦਾ ਦਿਨ। ਕੋਈ ਨਾ, ਮੇਰਾ ਹੁੰਦਾ ਫਿਰ ਕੀ ਕਰਦਾ, ਹੈ ਕੋਈ ਆਪਸ਼ਨ? ਅੱਛਾ ਜਿਵੇਂ ਸਵੇਰੇ ਜਿਵੇਂ ਸਮਾਂ ਬੀਤਦਾ ਗਿਆ, ਮਨ ਦੇ ਵਿੱਚ ਡਰ ਸੀਗਾ ਕਿ ਇੰਨਾ ਜ਼ੋਰ ਸਾਡੇ ਵੱਲੋਂ ਵੀ ਲੱਗ ਰਿਹਾ? ਉਹਦਾ ਆਕਸੀਜਨ ਲੈਵਲ ਚੈੱਕ ਕਰਦਾ ਸੀਗਾ ਵਾਰ-ਵਾਰ, ਕਿਉਂਕਿ ਮੈਂ ਹਸਪੀਟਲ ਹੀ ਕੰਮ ਕਰਦਾ ਨਾ ਬਾਹਰ। ਮੈਂ ਉਹਦਾ ਆਕਸੀਜਨ ਲੈਵਲ ਚੈੱਕ ਕਰਦਾ ਸੀ, ਜਿੰਨੀ ਆਕਸੀਜਨ ਉਹਨੂੰ ਦਿੰਦੇ ਸੀ ਉਹਦੀ ਬਬਲਿੰਗ ਕਿੰਨੀ ਸੀਗੀ। ਪਰ ਐਂਡ ਤੇ ਜਾ ਕੇ ਥੋੜੀ ਜਿਹੀ ਘਟਦੀ ਸੀਗੀ, ਜਿੱਦਾਂ ਹੁਣ ਹਿਊਮਸ ਹੋਈਗਾ ਪਬਲਿਕ ਇਕੱਠੀ ਹੋਣ ਕਰਕੇ। ਅੱਛਾ ਇਹ ਗੱਲ ਇਹ ਦੱਸੋ, ਜਿਵੇਂ ਹੁਣ ਬੱਚੇ ਨੂੰ ਬਾਹਰ ਕੱਢਿਆ ਹੋਊ, ਤੁਹਾਡਾ ਅੰਦਾਜ਼ਾ, ਮੈਂ ਪੱਕਾ ਨਹੀਂ ਕਹਿੰਦਾ। ਸ਼ੁੱਡ ਬੀ ਓਕੇ 99% ਸ਼ੁੱਡ ਬੀ ਓਕੇ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਬਲਵਿੰਦਰ ਸਿੰਘ ਨਿੱਕੂ। ਬਲਵਿੰਦਰ ਸਿੰਘ ਜੀ ਬਹੁਤ ਵਧੀਆ ਲੱਗਿਆ। ਤਾਂ ਇਹ ਬਲਵਿੰਦਰ ਸਿੰਘ ਨੇ ਇੰਗਲੈਂਡ ਜਾਣਾ ਸੀਗਾ, ਬੜੀ ਵਧੀਆ ਗੱਲ ਆ। ਆਪਣੇ ਕਹਿੰਦੇ ਕਿ ਚਾਹੇ ਮੇਰਾ ਬੱਚਾ ਹੁੰਦਾ ਤਾਂ ਮੈਂ ਇੱਥੇ ਕਿਉਂ ਨਾ ਰੁਕਦਾ, ਤਾਂ ਇਹਨਾਂ ਨੇ ਆਪਣੀ 9 ਵਜੇ ਦੀ ਇੰਗਲੈਂਡ ਦੀ ਫਲਾਈਟ ਸੀਗੀ ਅੱਜ ਦੀ, ਤਾਂ ਉਹ ਇਹਨਾਂ ਨੇ ਮਿਸ ਕਰ ਦਿੱਤੀ ਹੈ। ਤਾਂ ਬੱਚੇ ਦੇ ਖਾਤਰ ਹੀ ਤਾਂ ਦੇਖੋ ਕਿ ਵੱਡੇ ਵੱਡੇ ਟੋਏ ਪੁੱਟੇ ਸੀਗੇ, ਇੱਧਰ ਦੀ ਸੁਰਿੰਗ ਕੱਢਣੀ ਸੀਗੀ ਤਾਂ ਬੱਚੇ ਨੂੰ ਜਿਹੜਾ ਵਾ ਦੂਸਰੇ ਪਾਸਿਓਂ ਕੱਢਣਾ ਸੀਗਾ। ਤਾਂ ਇਹ ਪੂਰਾ ਜਿਹੜੀ ਪੈਲੀ ਹੈ, ਉਹ ਪੈਲੀ ਦੇ ਵਿੱਚੋਂ ਇਹਨਾਂ ਨੇ ਟੋਆ ਪੱਟਿਆ ਏ। ਤਾਂ ਦੂਸਰਾ ਅਲਟਰਨੇਟਿਵ ਰੱਖਿਆ ਗਿਆ ਸੀ ਕਿ ਜੇ ਉਧਰੋਂ ਕੁੰਡੀ ਪਾ ਕੇ ਨਹੀਂ ਨਿਕਲੇਗਾ ਤੇ ਇਹ ਬੱਚੇ ਨੂੰ ਇੱਧਰ ਦੀ ਕੱਢ ਲਿਆ ਜਾਵੇਗਾ। ਹਾਲ ਦੀ ਘੜੀ ਬੱਚੇ ਨੂੰ ਬਾਹਰ ਕੱਢ ਲਿਆ ਗਿਆ ਏ। ਕਈ ਤਾਂ ਗੱਲਾਂ ਇਹ ਆ ਰਹੀਆਂ ਨੇ, ਜਿਵੇਂ ਬਾਈ ਹੁਣਾਂ ਨੇ, ਬਲਵਿੰਦਰ ਹੁਣਾਂ ਨੇ ਵੀ ਦੱਸਿਆ, ਹਸਪੀਟਲ ਕੰਮ ਕਰਦੇ ਨੇ, ਇਹ ਲੈਵਲ ਵੀ ਚੈੱਕ ਕਰਦੇ ਰਹੇ ਆਕਸੀਜਨ ਦਾ। ਕਹਿੰਦੇ ਕਿ ਬੱਚੇ ਦਾ ਆਕਸੀਜਨ ਚੱਲ ਰਹੀ ਸੀ, ਉਸ ਬੱਚੇ ਦੀ ਸਾਹ ਚੱਲ ਰਹੇ ਸੀ। ਹੁਣ
ਅਖੀਰ ਦੇ ਵਿੱਚ ਹਸਪੀਟਲ ਨੇ ਡਿਕਲੇਅਰ ਕਰਨਾ ਕਿ ਬੱਚੇ ਦੀ ਹਾਲਤ ਕੀ ਹੈ। ਹੁਸ਼ਿਆਰਪੁਰ ਦੇ ਸਿਵਲ ਹਸਪੀਟਲ ਦੇ ਵਿੱਚ ਬੱਚੇ ਨੂੰ ਲਿਜਾਇਆ ਗਿਆ ਹੈ, ਉੱਥੇ ਡਾਕਟਰ ਹੀ ਕਲੀਅਰ ਕਰਨਗੇ ਕਿ ਬੱਚਾ ਠੀਕ ਹੈ ਕਿ ਜਾਂ ਫਿਰ ਕੋਈ ਕੋਈ ਘਟਨਾ ਜਿਹੜੀ ਹੈ ਉਹ ਵਾਪਰ ਚੁੱਕੀ ਹੈ। ਕੈਮਰਾਮੈਨ ਮਨੀਸ਼ ਦੇ ਨਾਲ ਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ, ਗੜਦੀਵਾਲ।